महामारी के दौरान जिस तरह के सिख कौम ने सेवा विच उभर के सामने आई है, संसार भर विच सिख कौम की जी वाहवाही हो रही है, ਉਹਦੇ ਵਿੱਚ जो चीज़ां सामने आ रही ने, कुछ नैगेटिव पॉइंट्स भी आ रहे हैं, कुछ ਇਹੋ ਜਿਹੀ चीज़ां भी आ ਜਾਂਦੀਆਂ ਨੇ कि ਜਿਹਦੇ किधरे ना किधरे ਉਹ ਸਿੱਖਾਂ ਦੀ ਜਿਹੜੀ सेवा है ਉਹ ਨੀਵੀਂ ਪੈਂਦੀ नज़र आती है, या कहा जाए कि कुछ अपने लोग नीवा ਉਹਨੂੰ ਪਾਉਣ ਦੀ कोशिश करते हैं। इस विच असीं आज आए हैं श्रोमणी अकाली दल के सैकटरी जनरल सरदार गुरमीत सिंह शंटी कोल। आओ उन्हां नाल फतेह की सांझ करिए तो उन्हां तो ही जाणीए। वीर जी वाहिगुरू जी का खालसा वाहिगुरू जी की फतेह जी। वीर जी, जिस तरह संसार भर में फैली महामारी के दौरान सिख कौम उभर के सामने आई, और जिस तरह मतलब सिर्फ इंडिया विच नहीं पूरे संसार भर में सिख कौम ने सेवा दे जिस तरह कीते ने, और एक मील का पत्थर साबित हो रही ने चीज़ां, दिल्ली तो लैके अमरीका, कैनेडा, आस्ट्रेलिया, हर थां ते सिखां दी वाहवाही हो रही है। लेकिन कुछ चीज़ां इहो जिहियां सामने आ जांदियां ने कि जिहड़ियां थोड़ा शर्मिंदगी भी महसूस होंदी है। राजस्थान वाला एक मुद्दा देख लीए, जिहड़ा एक सिख नाल होया, केसां दी बेदबी हुई, या फिर किधरे निकल के आ जाता है कि अमिताभ बच्चन जिहड़ा 84 का दोषी है, वो कहता जी मैं 2 करोड़ दिते, फिर ਉਹਦੇ ਤੇ शोर मचदा है। उस बारे आप जी की कहना चाहोगे? देखो जी, सब तो पहला तो मैं कहना चाहांगा तो ਜਿਹੜਾ ਸਿੱਖ ਕਮਿਊਨਿਟੀ ਦਾ ਇਤਿਹਾਸ ਹੀ ਹੈ ਉਹ ਤਾਂ, ਕਿਉਂਕਿ ਸਿੱਖ ਕੌਮ ਤੇ ਆਪਣੇ ਆਪ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲੀ ਕੌਮ ਹੈ। ਇਹਦੇ ਤੇ ਕਈ ਤਰ੍ਹਾਂ ਦੇ ਕਈ ਹਮਲੇ ਹੋਏ, ਲੇਕਿਨ ਇਸ ਨੇ ਹਮੇਸ਼ਾ ਉਸ ਨੂੰ ਵੱਧ ਚੜ੍ਹ ਕੇ ਆਪਣੇ ਪਿੰਡੇ ਤੇ ਹੰਡਾਇਆ ਵੀ, ਭਾਵੇਂ ਉਹ 84 ਦੀ ਨਸਲਕੁਸ਼ੀ ਹੋਵੇ ਜਾਂ ਉਸ ਤੋਂ ਪਹਿਲੇ ਦੇ ਵੀ ਕੋਈ ਹੋਰ ਵੀ ਸਾਕੇ ਹੋਣ, ਹਰ ਚੀਜ਼ ਤੋਂ ਹਮੇਸ਼ਾ ਕੌਮ ਹਮੇਸ਼ਾ ਅੱਗੇ ਹੀ ਉੱਭਰ ਕੇ ਆਈ ਹੈ। ਕਿਉਂਕਿ ਸਾਡੇ ਗੁਰੂਆਂ ਨੇ ਜਿਹੜਾ ਇਤਿਹਾਸ ਹੈ, ਜਿਹੜੀ ਸਾਨੂੰ ਮਾਣਮੱਤਾ ਜੋ ਇਤਿਹਾਸ ਦੇ ਰੂਪ ਦੇ ਵਿੱਚ ਮਿਲਿਆ ਹੈ, ਉਹ ਕੁਰਬਾਨੀਆਂ ਭਰਿਆ ਹੈ ਔਰ ਸੇਵਾ ਦੇ ਨਾਲ ਭਰਿਆ ਹੋਇਆ ਹੈ। सेवा ਦੀਆਂ ਜਿੰਨੀਆਂ ਮਤਲਬ ਮੈਂ ਉਦਾਹਰਣ ਆਪਣੀ ਉਹਦੇ ਵਿੱਚ ਦੇ ਸਕਦਾ ਵਾਂ ਕਿ ਜਿਹੜੇ ਮਤਲਬ ਜਿਹਦਾ ਕੋਈ ਸਾਨ ਹੀ ਇਸ ਸੰਸਾਰ ਦੇ ਵਿੱਚ ਹੋ ਹੀ ਨਹੀਂ ਸਕਦਾ, ਉਹ ਨਾ ਕੁਰਬਾਨੀਆਂ ਦਾ ਤੇ ਨਾ ਸੇਵਾ ਦਾ। ਗੱਲ ਲੰਗਰ ਦੀ ਕਰੀਏ, ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲੇ ਚਲਾਇਆ ਸੀ, ਅੱਜ ਤੱਕ ਸਿੱਖ ਕੌਮ ਉਹਦੇ ਤੇ ਪਹਿਰਾ ਦੇ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਦੂਸਰਿਆਂ ਦੇ ਲਈ, ਹਿੰਦੂ ਧਰਮ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ, ਪੂਰਾ ਸਰਬੰਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਾਰ ਦਿੱਤਾ। ਇਹ ਸਾਰੀਆਂ ਉਹ ਮਿਸਾਲਾਂ ਨੇ ਕਿ ਇਸ ਦੇ ਬਾਰੇ ਇਸ ਦੇ ਨਾਲ ਹੀ ਸੇਵਾ ਦੀ ਮਿਸਾਲ ਕਹਾਂ, ਭਾਈ ਕਨਈਆ ਜੀ ਕਹਾਂ, ਜਾਂ ਹੋਰ ਜਿਨ੍ਹਾਂ ਦੀਆਂ ਸੇਵਾਵਾਂ ਸਿੱਖ ਪੰਥ ਦੇ ਵਿੱਚ ਚੜ੍ਹਦੀ ਕਲਾ ਦੇ ਵੀ ਲਿਖੀਆਂ ਹੋਈਆਂ ਨੇ, ਇਤਿਹਾਸ ਨੇ, ਅਤੇ ਇਸ ਕਰਕੇ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਾਲੀ ਰਹੀ ਹੈ। ਗੱਲ ਜਿੱਥੇ ਤੱਕ ਤੁਸੀਂ ਕਹੋ ਕਿ ਅੱਜ ਉਹਦੇ ਵਿੱਚ ਉਹਨਾਂ ਸੇਵਾਵਾਂ ਦੇ ਚਲਦਿਆਂ ਕਈ ਵਾਰ ਅਜਿਹੇ ਕੰਮ ਹੋ ਜਾਂਦੇ ਨੇ ਜਿਹਦੇ 'ਚ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਹ ਜਦੋਂ ਕਹਿੰਦੇ ਨੇ ਧਰਮ ਦੇ ਵਿੱਚ ਰਾਜਨੀਤੀ ਪ੍ਰਵੇਸ਼ ਕਰਦੀ ਹੈ ਅਤੇ ਧਰਮ ਦਾ ਮਿਆਰ ਹਮੇਸ਼ਾ ਗਿਰਦਾ ਹੈ। ਲੇਕਿਨ ਧਰਮ ਜਦੋਂ ਰਾਜਨੀਤੀ ਦੇ ਵਿੱਚ ਜਾਂਦਾ ਤੇ ਰਾਜਨੀਤੀ ਦਾ ਮਿਆਰ ਉੱਚਾ ਉੱਠਦਾ, ਰਾਜਨੀਤੀ ਨੂੰ ਸਾਫ਼ ਕਰਦਾ। ਅੱਜ ਕੀ ਹੋ ਗਿਆ, ਧਰਮ ਦੇ ਵਿੱਚ ਰਾਜਨੀਤੀ ਵਾੜ ਲਈ ਗਈ ਹੈ। ਅਕਾਲੀ ਦਲ ਬਾਦਲ ਇਹਨਾਂ ਨੇ ਹਮੇਸ਼ਾ ਧਰਮ ਦੀ ਹੀ ਰਾਜਨੀਤੀ ਕੀਤੀ ਹੈ। ਜਦ ਤੋਂ ਅਕਾਲੀ ਦਲ ਬਾਦਲ ਮੈਂ ਸਮਝਦਾ ਹੋਂਦ ਵਿੱਚ ਆਇਆ ਹੈ, ਸਾਰੀ ਦੀ ਸਾਰੀ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਜਾਂ ਹੁਣ ਦਿੱਲੀ ਗੁਰਦੁਆਰਾ ਕਮੇਟੀ ਤੇ ਕੇਂਦਰੀ ਤੇ ਜਿਹਦੇ ਬਲ ਦੇ ਉੱਤੇ ਰਾਜਨੀਤੀ ਕਰਦੇ ਨੇ, ਭਾਵੇਂ ਉਹ ਮੁੱਦਾ ਕਿਸਾਨਾਂ ਦਾ ਹੋਵੇ ਤੇ ਭਾਵੇਂ ਕੋਈ ਹੋਰ ਮੁੱਦਾ ਹੋਵੇ, ਜਾਂ ਹੁਣ ਕਰੋਨਾ ਦਾ ਲੈ ਲਈਏ, ਜਾਂ ਉਹਦੇ ਵਿੱਚ ਅਮਿਤਾਭ ਬੱਚਨ ਦਾ ਮਸਲਾ ਤੁਸੀਂ ਲੈ ਕੇ ਆ ਜਾਓ, ਸਾਰੀਆਂ ਗੱਲਾਂ ਨੂੰ ਮੇਲ ਲਓ, ਤੇ ਜੇ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਾ ਹੁੰਦੀ ਤੇ ਮਿਆਰ ਕਦੇ ਗਿਰ ਨਹੀਂ ਸਕਦਾ, ਨਾਮੋਸ਼ੀ ਦਾ ਸਾਹਮਣਾ ਕਦੇ ਕਰ ਨਹੀਂ ਸਕਦਾ ਕੋਈ ਮਤਲਬ। ਲੇਕਿਨ ਇਹਨਾਂ ਚੰਦ ਬੰਦਿਆਂ ਦੀ ਵਜ੍ਹਾ ਨਾਲ, ਇਹਨਾਂ ਚੰਦ ਅਜਿਹੇ ਨੇਤਾਵਾਂ ਦੀ ਵਜ੍ਹਾ ਨਾਲ ਜਿਨ੍ਹਾਂ ਦੀ ਰਾਜਨੀਤਿਕ ਬੜੀਆਂ ਇੱਛਾਵਾਂ ਨੇ, ਉਹ ਜਿਨ੍ਹਾਂ ਦੀ ਸੱਤਾ ਦੇ ਲਾਲਚ ਦੇ ਵਿੱਚ ਕਦੇ ਅਜਿਹੇ ਇਹ ਸਟੈਪ ਲੈ ਜਾਂਦੇ ਹਨ, ਜਿਸ ਕਰਕੇ ਕੌਮ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਅੱਜ ਜਿਹੜੀ ਮੇਨ ਗੱਲ, ਜਿਹੜਾ ਮੇਨ ਮੁੱਦਾ ਇਸ ਟਾਈਮ ਹੈ, ਉਹ ਹੈ ਅਮਿਤਾਭ ਬੱਚਨ ਨੇ ਜਿਹੜੇ 2 ਕਰੋੜ ਰੁਪਇਆ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤਾ, ਉਹਦੇ ਤੇ ਵਿਵਾਦ ਦਾ। ਕਿਉਂਕਿ ਕੌਮ ਦਾ ਇਹ ਮੰਨਣਾ ਹੈ, ਜਿਸ ਇਨਸਾਨ ਨੇ ਜਦੋਂ 1984 ਦੀ ਨਸਲਕੁਸ਼ੀ ਹੋਈ, ਏਮਸ ਹਸਪੀਟਲ ਦੇ ਬਾਅਦ ਇਹ ਨਾਰਾ ਲਗਾਇਆ ਸੀ ਕਿ ਖੂਨ ਕਾ ਬਦਲਾ ਖੂਨ, ਔਰ ਨਾਲ ਹੀ ਇਹ ਸਾਡੀ ਉਹਨੇ ਕਿਹਾ ਸੀ ਕਿ ਜਿਹੜੀ ਸਾਡੀ ਮਾਂ ਦੀ ਅੱਜ ਹੱਤਿਆ ਹੋਈ ਹੈ, ਇਹਦੇ ਖੂਨ ਦੇ ਛਿੱਟੇ ਸਿੱਖਾਂ ਦੇ ਘਰ ਤੱਕ ਪਹੁੰਚਣੇ ਚਾਹੀਦੇ ਹਨ। ਉਹ ਕੌਮ ਜਿਹਨੇ ਇਸ 1984 ਆਪਣੇ ਪਿੰਡੇ ਤੇ ਆਪਣੇ ਪਰਿਵਾਰਾਂ ਦੇ ਵਿੱਚ ਹੰਡਾਈ ਹੋਵੇ, ਗਲੇ ਦੇ ਵਿੱਚ ਟਾਇਰ ਪਾ ਕੇ ਆਪਣੇ ਘਰਾਂ ਦੇ ਜੀ ਗਵਾਏ ਹੋਣ, ਜਿੰਦਿਆਂ ਅੱਗ ਦੇ ਵਿੱਚ ਸਾੜੇ ਹੋਣ, ਉਹ ਕੌਮ ਕਦੇ ਉਸ 1984 ਦੇ ਕਾਤਲਾਂ ਨੂੰ ਮਾਫ ਨਹੀਂ ਕਰ ਸਕਦੀ, ਚਾਹੇ ਉਹ ਕੋਈ ਵੀ ਹੋਵੇ। ਤੇ ਅਜਿਹੇ ਇਨਸਾਨ ਕੋਲੋਂ ਪੈਸੇ ਲੈ ਕੇ ਉਹਨੂੰ ਮਤਲਬ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰਨਾ, ਜਾਂ ਉਹਦੇ ਪਿੱਛੇ ਇੱਕ ਹੋਰ ਕੋਈ ਵੱਡਾ ਖੇਲ ਕਰਨਾ, ਉਸ ਦੇ ਪਿੱਛੇ ਮੈਂ ਸਮਝਦਾ ਕਿ ਅੱਜ ਇਹਨਾਂ ਨੇ ਇੱਕ ਨੀਂਹ ਪੱਥਰ ਦੁਬਾਰਾ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਦੁਬਾਰਾ ਇਸ ਕਰਕੇ ਕਿਉਂਕਿ ਜਦੋਂ ਪਹਿਲਾਂ ਵੀ ਅਕਾਲੀ ਦਲ ਬਾਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ, ਵਿਰਾਸਤ-ਏ ਖਾਲਸਾ ਦਾ ਜਦੋਂ ਉਦਘਾਟਨ ਹੋਣਾ ਸੀ, ਉਸ ਟਾਈਮ ਵੀ ਇਸ ਅਮਿਤਾਭ ਬੱਚਨ ਨੂੰ ਇਨਵੀਟੇਸ਼ਨ ਦਿੱਤਾ ਗਿਆ ਸੀ।
ਬਟ ਉਸ ਟਾਈਮ ਵੀ ਵਿਰੋਧ ਕਾਰਨ ਉਸ ਇਨਵੀਟੇਸ਼ਨ ਨੂੰ ਕੈਂਸਲ ਵੀ ਕਰਨਾ ਪਿਆ ਤੇ ਉਹ ਆਪਣਾ ਸਟੈਪ ਇਹਨਾਂ ਨੂੰ ਵਾਪਸ ਲੈਣਾ ਪਿਆ। ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਕੰਮ ਕੀਤੇ, ਰਾਮ ਰਹੀਮ ਨੂੰ ਜਿਹੜੀ ਉਹਨਾਂ ਨੇ ਸੋਧੇ ਸਾਹਿਬ ਨੂੰ ਮਾਫੀ ਦੇਣ ਦੀ ਕੋਸ਼ਿਸ਼ ਕੀਤੀ, ਫਿਰ ਵਿਰੋਧ ਹੋਇਆ ਤੇ ਉਹਨੂੰ ਭਟਕਾਉਣ ਲਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਤੀ। ਸਿੱਖ ਕੌਮ ਦੇ ਉੱਤੇ ਉਹਨਾਂ ਨਿਰਦੋਸ਼ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਕਹਿਣ ਦਾ ਮਤਲਬ ਇਹ ਰਿਹਾ ਕਿ ਅਕਾਲੀ ਦਲ ਬਾਦਲ ਦਾ ਇੱਕ ਇਤਿਹਾਸ ਹੈ ਕਿ ਸਿਰਫ ਔਰ ਸਿਰਫ ਧਰਮ ਦੇ ਉੱਤੇ ਆਪਣੀ ਰਾਜਨੀਤੀ ਨੂੰ ਪ੍ਰਫੁੱਲਿਤ ਕਰੋ। ਅੱਜ ਉਸੇ ਨੂੰ ਲੈ ਕੇ ਉਹਨਾਂ ਆਪਣੇ ਅਕਾਵਾਂ ਦੇ ਆਦੇਸ਼ ਨੂੰ ਲੈ ਕੇ ਇਹ ਮਨਜਿੰਦਰ ਸਿੰਘ ਸਿਰਸਾ ਇੱਕ ਬੜਾ ਵੱਡਾ ਖੇਲ ਕੋਵਿਡ ਕੇਅਰ ਸੈਂਟਰ ਦੇ ਚੱਕਰ ਵਿੱਚ ਖੇਲਣ ਨੂੰ ਤਿਆਰ ਬੈਠਾ ਸੀਗਾ, ਕਿਉਂਕਿ ਇੱਕ ਕਲਾਕਾਰ ਹੈ। ਇਸੇ ਕਲਾਕਾਰ ਹੋਣ ਦੀ ਵਜ੍ਹਾ ਨਾਲ ਇਹਦੇ ਤਾਰ ਨੇ ਨਾ ਜਿਹੜੇ ਹਮੇਸ਼ਾ ਬੰਬੇ ਜੁੜੇ ਰਹਿੰਦੇ ਨੇ, ਕਿਉਂਕਿ ਇਸ ਨੂੰ ਵੀ ਐਕਟਿੰਗ ਕਰਨ ਦਾ ਸ਼ੌਕ ਹੈ, ਉਛਲ ਕੂਦ ਕਰਨ ਦਾ ਸ਼ੌਕ ਹੈ, ਹੋਰ ਡਰਾਮੇਬਾਜ਼ੀਆਂ ਕਰਨ ਦਾ ਸ਼ੌਕ ਹੈ। ਸੋਚ ਕੋਈ ਨਹੀਂ ਹੈ ਪੰਥ ਲਈ, ਕੌਮ ਲਈ, ਜ਼ਮੀਨ ਦੇ ਉੱਤੇ ਕੋਈ ਸੋਚ ਨਹੀਂ ਹੈ, ਕੋਈ ਰੋਡ ਮੈਪ ਨਹੀਂ ਹੈ ਕਿ ਵਾਕਈ ਕੌਮ ਅਸਲ ਤਰੀਕੇ ਚੜ੍ਹਦੀ ਕਲਾ ਵਿੱਚ ਕਿਵੇਂ ਜਾ ਸਕਦੀ ਹੈ। ਅਗਰ ਹੁੰਦਾ ਤੇ 8 ਸਾਲਾਂ ਦੇ ਵਿੱਚ ਅੱਜ ਬਾਲਾ ਸਾਹਿਬ ਹਸਪੀਟਲ ਬਣ ਕੇ ਤਿਆਰ ਹੋਇਆ ਹੁੰਦਾ। ਅੱਜ ਕੌਮ ਦੇ ਜੋ ਹਾਲਾਤ ਬਣੇ ਨੇ, ਜਿਨ੍ਹਾਂ ਇਸ ਬਿਮਾਰੀ ਦੇ ਵਿੱਚ ਅਸੀਂ 2 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਫਟਾਫਟ ਆਪਣੇ ਇਲੈਕਸ਼ਨ ਨੂੰ ਦੇਖਦੇ ਹੋਇਆ ਡਾਇਲਿਸਿਸ ਸੈਂਟਰ ਬਣਾ ਦਿੰਦੇ ਆ, ਡਾਇਗਨੋਸਟਿਕ ਸੈਂਟਰ ਬਣਾ ਦਿੰਦੇ ਆ, ਕੋਵਿਡ ਕੇਅਰ ਸੈਂਟਰ ਬਣਾ ਦਿੰਦੇ ਆ, ਦੁਨੀਆ ਭਰ ਦੇ ਦਾਨ ਮੰਗਣ ਦੀ ਉਹਦੇ ਵਿੱਚੋਂ ਸਾਰੀ ਰਸਮ ਅਦਾ ਕਰਨੇ ਆ। ਅਗਰ ਇਹ ਸਭ ਕੁਝ ਪਿਛਲੇ 8 ਸਾਲਾਂ ਦੇ ਵਿੱਚ ਇਮਾਨਦਾਰੀ ਦੇ ਨਾਲ ਕੀਤਾ ਹੁੰਦਾ, ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੀ ਚੜ੍ਹਦਾ ਕਲਾ ਲਈ, ਤੇ ਅੱਜ 550 ਬੈੱਡ ਦਾ ਹਸਪੀਟਲ ਤਿਆਰ ਹੁੰਦਾ, ਜਿੱਥੇ ਸਿੱਖ ਕੌਮ ਆਪਣੇ ਸਾਰੇ ਗੁਰੂ ਨਾਨਕ ਨਾਮ ਲੇਵਾ ਦੇ ਨਾਲ ਉੱਥੇ ਇਲਾਜ ਕਰਵਾ ਕੇ ਅੱਜ ਉਹਦਾ ਲਾਹਾ ਲੈ ਰਹੇ ਹੁੰਦੇ। ਪਰ ਜੀ ਇੱਥੇ 2 ਸਵਾਲ ਉੱਠਦੇ ਨੇ। ਇੱਕ ਤਾਂ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਵਿਰਾਸਤ-ਏ ਕੌਮ ਦੇ ਉੱਥੇ ਜਿਹੜਾ ਹੋਇਆ, ਦੂਜਾ ਸੌਦਾ ਸਾਧ ਵਾਲੀ ਤੁਸੀਂ ਜ਼ਿਕਰ ਕੀਤੀ, ਤੇ ਹੁਣ ਤੀਸਰਾ ਮੁੱਦਾ ਆ ਗਿਆ ਅਮਿਤਾਭ ਬੱਚਨ ਵਾਲਾ ਕਿ ਇਹ ਲੋਕ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਅਣਜਾਣ ਨੇ, ਭੋਲੇਪਨ 'ਚ ਕਰਦੇ ਨੇ, ਜਾਂ ਕੁਛ ਇਹਦੇ ਪਿੱਛੇ ਕੁਛ ਵੱਡਾ ਇਹਨਾਂ ਦੀ ਕੋਈ ਸੋਚ ਹੈਗੀ ਹੈ? ਦੇਖੋ, ਮਨਜਿੰਦਰ ਸਿੰਘ ਸਿਰਸਾ 2017 ਵਿੱਚ ਵੀ ਅਕਾਲੀ ਦਲ ਬਾਦਲ ਵਿੱਚ ਹੀ ਸੀ ਜੀ, 2017 ਦੇ ਵਿੱਚ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਜਨਰਲ ਸੈਕਟਰੀ ਵੀ ਸੀ ਹਾਂਜੀ, ਜਦੋਂ ਵਿਰਾਸਤਾ ਖਾਲਸਾ ਹੋਇਆ। ਹਾਂਜੀ, ਫਿਰ 2017 ਦੇ ਵਿੱਚ ਹੀ ਇਸ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਵੀ ਪਾਈ ਹੋਈ ਹੈ ਕਿ ਅਮਿਤਾਭ ਬੱਚਨ ਕੋਲ ਇਹ ਕੁਐਸਚਨ ਜਿਹੜੇ ਅੱਜ ਮੈਂ ਕਹਿ ਰਿਹਾ ਇਹਨੇ ਖੁਦ ਵੀ ਪੁੱਛੇ ਹੋਏ ਹਨ, ਉਹ ਵੀ ਅਸੀਂ ਜਨਤਕ ਕੀਤੀਆਂ ਨੇ, ਮੈਂ ਕਾਪੀ ਤੁਹਾਨੂੰ ਵੀ ਪ੍ਰੋਵਾਈਡ ਕਰਾ ਦਿਆਂਗਾ। ਤੇ ਫਿਰ ਇਹ ਆਣਾ ਕਿੱਥੋਂ ਹੋ ਗਿਆ? ਜਾਂ ਦੂਸਰਿਆਂ ਨੂੰ ਬੇਵਕੂਫ ਸਮਝਦਾ ਹੈ, ਜਾਂ ਇਹ ਸਮਝਦਾ ਕਿ ਮੈਂ ਕੋਈ ਇਹੋ ਜਿਹੀ ਰੂਪਰੇਖਾ ਤਿਆਰ ਕਰਦਾ ਜਿਸ ਲਈ ਉਹਦਾ ਰਾਹ ਪੱਧਰਾ ਹੋ ਜਾਏ, ਉਸ ਨੂੰ ਮਾਫੀ ਦੇਣ ਦਾ। ਇੱਥੋਂ ਤੋਂ ਸਿੱਧਾ ਸਿੱਧਾ ਇਹੀ ਨਜ਼ਰ ਆਉਂਦਾ ਹੈ। ਇਹ ਆਣਾ ਔਰ ਨਾਗੇਲੀ ਅਣਗਹਿਲੀ ਵਾਲੀ ਗੱਲ ਕੋਈ ਨਹੀਂ ਹੈ। ਔਰ ਦੂਸਰੇ ਪਾਸੇ ਮੈਂ ਕਹਿਣਾ ਕਿ ਜੇ ਅਮਿਤਾਭ ਬੱਚਨ ਦੀ ਵੀ ਇਸ ਪਿੱਛੇ ਕੋਈ ਮਨਸ਼ਾ ਨਾ ਹੁੰਦੀ, ਇਹਨਾਂ ਦੀ ਕੋਈ ਪਲੈਨਿੰਗ ਨਹੀਂ ਹੁੰਦੀ, ਤਾਂ ਕਿਆ ਦਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ? ਦਾਨ ਤੇ ਗੁਰੂ ਦੀ ਗੋਲਕ ਵਿੱਚ ਵੀ ਪਾ ਸਕਦਾ ਸੀ। ਜਿਵੇਂ ਇਹਨਾਂ ਦਾ ਇਹ ਆਣਾ, ਉਹ ਜਨਰਲ ਸੈਕਟਰੀ ਕਹਿ ਰਿਹਾ ਹਰਮੀਤ ਸਿੰਘ ਕਾਲਕਾ ਕਿ ਸਾਡਾ ਆਨਲਾਈਨ ਅਕਾਊਂਟ ਹੈ, ਆਨਲਾਈਨ ਕੋਈ ਵੀ ਸਾਨੂੰ ਦਾਨ ਕਰ ਦੇਗਾ ਤਾਂ ਸਾਨੂੰ ਕਿਵੇਂ ਪਤਾ ਚੱਲੇਗਾ? ਪ੍ਰਧਾਨ ਕਹਿ ਰਿਹਾ ਹੈ ਕਿ ਜਦੋਂ 2 ਕਰੋੜ ਆਇਆ ਮੈਂ ਸਟਾਫ ਕੋਲੋਂ ਵੈਰੀਫਾਈ ਕੀਤਾ ਕਿ ਇਹ ਪੈਸਾ 2 ਕਰੋੜ ਕਿੱਥੋਂ ਆਇਆ, ਕਿਆ ਅਮਿਤਾਭ ਬੱਚਨ ਦਾ ਹੀ ਅਕਾਊਂਟ ਹੈ? ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋ ਗਈ ਸਟਾਫ ਦੀ, ਤਾਂ ਉਹਨਾਂ ਨੇ ਕਿਹਾ ਹਾਂ ਅਮਿਤਾਭ ਬੱਚਨ ਦਾ ਹੀ ਅਕਾਊਂਟ ਹੈ ਜੀ। ਉਹ ਮੰਨ ਰਿਹਾ। ਉਹਦੇ ਬਾਅਦ ਇਹਨੂੰ ਵੀ ਛੱਡ ਦਿਓ, ਇਹ ਤੇ ਹੁਣ 4 ਦਿਨਾਂ ਪਹਿਲੇ ਦੀ ਗੱਲ ਹੈ। ਜੇ ਅਮਿਤਾਭ ਬੱਚਨ ਆਪਣੇ ਬਲੌਗ ਵਿੱਚ ਨਾ ਲਿਖਦਾ ਕਿ ਮੈਂ ਤਾਂ 6 ਮਹੀਨਾ ਪਹਿਲਾਂ ਵੀ ਜਦੋਂ ਬੰਗਲਾ ਸਾਹਿਬ ਡਾਇਗਨੋਸਟਿਕ ਸੈਂਟਰ ਬਣਿਆ ਸੀ, ਮੈਂ ਉੱਥੇ ਵੀ 10 ਕਰੋੜ ਦੀ ਮਦਦ ਕੀਤੀ ਹੈ, ਮਸ਼ੀਨਾਂ ਦਿੱਤੀਆਂ ਨੇ, ਸਾਰੀ ਮਤਲਬ ਉੱਥੇ ਫੰਡ ਮੈਂ ਮਤਲਬ ਦਿੱਤੇ ਨੇ, ਤੇ ਕਿਆ ਮਤਲਬ ਅਗਰ ਉਹ ਉਸ ਟਾਈਮ ਇਹਨਾਂ ਨੂੰ ਜ਼ਾਹਿਰ ਕਰ ਦਿੰਦੇ ਤੇ ਅੱਜ ਕੌਮ ਨੂੰ ਇਹਨਾਂ ਨੂੰ ਸਾਰੇ ਜਵਾਬ ਦੇਣੇ ਪੈਣੇ ਸੀ। ਇਹਨਾਂ ਨੇ ਕਿਉਂ ਨਹੀਂ ਜ਼ਾਹਿਰ ਕੀਤਾ? ਕਿਉਂਕਿ ਉਸ ਟਾਈਮ ਦਿੱਲੀ ਗੁਰਦੁਆਰਾ ਕਮੇਟੀ ਦਾ ਇਲੈਕਸ਼ਨ ਚੱਲ ਰਿਹਾ ਸੀ। ਇਹਨਾਂ ਨੂੰ ਪਤਾ ਸੀ ਕਿ ਸਿੱਖ ਕੌਮ ਬੜੀ ਇਮੋਸ਼ਨਲ ਕੌਮ ਹੈ, ਉਹਨੇ ਜੋ ਕੁਝ 1984 ਆਪਣੇ ਪਿੰਡੇ ਤੇ ਹਟਾਈ ਹੈ, ਉਹ ਆਵੇ ਜੇ ਕਿਸੇ ਵੀ ਕਾਤਲ ਨੂੰ ਮਾਫ ਨਹੀਂ ਕਰੇਗੀ, ਜਾਂ ਜਿਸ ਦੇ ਹੱਥ ਇਸ ਦੇ ਵਿੱਚ ਰੰਗੇ ਹੋਏ ਨੇ, ਜਾਂ ਜਿਹਨੇ ਵੀ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਸਿੱਖ ਕੌਮ ਕਦੋਂ ਨੂੰ ਮਾਫ ਨਹੀਂ ਕਰੇਗੀ। ਤੇ ਇਸ ਕਰਕੇ ਇਹਨਾਂ ਨੇ ਗੱਲ ਛੁਪਾ ਲਈ। ਅਗਰ ਇਸ ਗੱਲ ਨੂੰ ਸੰਗਤ ਦੇ ਸਾਹਮਣੇ ਪਹਿਲਾਂ ਹੀ ਲੈ ਆਏ ਹੁੰਦੇ ਚਲਦੇ ਇਲੈਕਸ਼ਨ ਦੇ ਵਿੱਚ, ਤੇ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਮਤਲਬ ਸੰਗਤ ਨੇ ਜੁੱਤੀਆਂ ਮਾਰਨੀਆਂ ਨੇ, ਤੇ ਉਸ ਕਰਕੇ ਸਾਰੀ ਚੀਜ਼ਾਂ ਛੁਪਾਈਆਂ ਗਈਆਂ। ਅੱਜ ਮਜਬੂਰੀ ਇਹਨਾਂ ਨੂੰ ਦੱਸਣਾ ਪਿਆ ਜਦੋਂ ਅਮਿਤਾਭ ਬੱਚਨ ਨੇ ਆਪਣੇ ਬਲੌਗ ਦੇ ਵਿੱਚ ਲਿਖ ਦਿੱਤਾ ਕਿ ਮੈਂ ਤੇ ਬੰਗਲਾ ਸਾਹਿਬ ਡਾਇਗਨੋਸਟਿਕ ਸੈਂਟਰ ਦੇ ਵਿੱਚ ਵੀ 6 ਮਹੀਨੇ ਪਹਿਲੇ ਇੰਨੇ ਪੈਸੇ ਦਿੱਤੇ ਸੀ। ਅੱਛਾ, ਦੂਸਰਾ ਸਵਾਲ ਵੀਰ ਜੀ, ਇੱਕ ਚੀਜ਼ ਇੱਥੇ ਆਉਂਦਾ ਹੈ, ਜਿਹੜਾ ਰਕਾਬਗੰਜ ਸਾਹਿਬ ਲੱਖੀ ਸ਼ਾਹ ਵੰਜਾਰਾ ਹਾਲ ਵਿੱਚ 400 ਬੈੱਡ ਦਾ ਇੱਕ ਜਿਹੜਾ ਤਿਆਰ ਕੀਤਾ ਗਿਆ ਹੈ, ਉਹਦੇ ਬਾਰੇ ਕੀ ਮੰਨਦੇ ਹੋ ਕਿ ਉਹ ਦਿੱਲੀ ਕਮੇਟੀ ਨੇ ਜਿਹੜਾ ਕੀਤਾ ਉਹ ਇੱਕ ਚੰਗਾ ਕਦਮ ਹੈ? ਉਹਦੇ 'ਚ ਕੁਛ ਔਰ ਜੋ ਦੱਸਿਆ ਜਾ ਰਿਹਾ ਉਹ ਜੈਨੂਨ ਹੈ ਨਹੀਂ ਹੈ, ਉੱਥੇ ਉਹ ਫੈਸਿਲਿਟੀਜ਼ ਹੈ ਨੇ ਜਾਂ ਨਹੀਂ ਨੇ, ਔਰ ਅਗਰ ਹੈ ਨੇ ਤੇ ਉਹ ਚੰਗਾ ਕੰਮ ਹੈ ਜਾਂ ਨਹੀਂ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੀ 2 ਚੀਜ਼ਾਂ ਨੇ ਜੀ। ਸੇਵਾ ਕਰਨ ਦੇ ਵਾਸਤੇ ਤੇ ਬੜੇ ਹੀ ਰਸਤੇ ਨੇ। ਦਿੱਲੀ ਗੁਰਦੁਆਰਾ ਕਮੇਟੀ ਦੇ ਕੋਲ ਘੱਟ ਤੋਂ ਘੱਟ 20 ਅਦਾਰੇ ਹੋਣਗੇ, ਸਕੂਲ, ਕਾਲਜ, ਬੀਐਡ ਕਾਲਜ, ਇੰਜੀਨੀਅਰਿੰਗ ਕਾਲਜ, ਜਿਹੜੇ ਅੱਜ ਕਰੋਨਾ ਦੀ ਵਜ੍ਹਾ ਨਾਲ ਬੰਦ ਪਏ ਨੇ। ਜੀ ਜੀ। ਅਗਰ ਅਸਲ ਮਾਇਨੇ ਦੇ ਵਿੱਚ ਅਸੀਂ ਸੇਵਾ ਕਰਨੀ ਸੀ ਔਰ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਾਉਣੀਆਂ ਸੀ ਤਾਂ ਉਹ ਕਿੱਥੇ ਵੀ ਕੀਤੀ ਜਾ ਸਕਦੀਆਂ ਸੀ। ਮੇਰਾ ਇਤਰਾਜ਼ ਹੈਗਾ ਸਿਰਫ ਉਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਲੱਖੀ ਸ਼ਾਹ ਵੰਜਾਰਾ ਹਾਲ ਦੇ ਵਿੱਚ ਬਣਾਉਣ ਦਾ, ਜਿੱਥੇ ਗੁਰੂ ਨਾਨਕ ਨਾਮ ਲੇਵਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਉੱਥੇ ਉਹ ਆਪਣੇ ਅਕੀਦਾ ਪੇਂਟ ਕਰਨ, ਆਪਣੀ ਸ਼ਰਧਾ ਪੇਂਟ ਕਰਨ, ਉੱਥੇ ਸੰਗਤ ਰੂਪ ਦੇ ਵਿੱਚ ਆਂਦਾ ਹੈ। ਅੱਜ ਉਹ ਰੁਕ ਗਿਆ, ਲੇਕਿਨ ਇਹਨਾਂ ਦਾ ਸਿਰਫ ਇੱਕੋ ਮਕਸਦ ਸੀ ਕਿ ਉਸ ਜਗ੍ਹਾ ਦੇ ਨਾਂ ਦੇ ਉੱਤੇ ਡੋਨੇਸ਼ਨ ਇਕੱਠਾ ਕਰ ਲਈਏ।
ਜੋ ਇਹਨਾਂ ਦਾ ਅਸਲੀ ਮਕਸਦ ਸੀ। ਸੰਸਾਰ ਭਰ ਦੇ ਤੁਸੀਂ ਦੇਖ ਲਓ, ਸਾਰੇ ਗੁਰੂ ਨਾਨਕ ਨਾਮ ਲੇਵਾ ਨੇ, ਸਾਰੇ ਧਰਮਾਂ ਦੇ ਲੋਕਾਂ ਨੇ ਜਿਹਦੀ ਜਿੰਨੀ ਹੈਸੀਅਤ ਸੀ, ਭਾਵੇਂ 1 ਰੁਪਈਆ ਹੈਸੀਅਤ ਸੀ, 1 ਰੁਪਏ ਦਾ ਕੰਮ ਕੀਤਾ, 1 ਕਰੋੜ ਦੀ ਹੈਸੀਅਤ ਸੀ, 1 ਕਰੋੜ ਦਾ ਉਹਨੇ ਮਦਦ ਕੀਤੀ ਕਰੋਨਾ ਮਹਾਮਾਰੀ ਦੇ ਵਿੱਚ। ਦਾਨ ਕਿਸੇ ਨੇ ਮੰਗਿਆ? ਕਿਸੇ ਨੇ ਨਹੀਂ ਮੰਗਿਆ, ਆਲ ਓਵਰ ਵਰਲਡ ਵਿੱਚ ਨਹੀਂ ਮੰਗਿਆ। ਇੱਕ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਾਣ ਮੈਂ ਕਹਿੰਦਾ ਮਿਲ ਗਿਆ ਹੈ ਕਿ ਜਿਨ੍ਹਾਂ ਨੇ ਇੱਕ ਸਿੱਖ ਕੌਮ ਨੂੰ ਆਪਣੀ ਤਰਫੋਂ ਇੰਟਰਨੈਸ਼ਨਲ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰੋਜ਼ ਦਾਨ, ਗੁਰੂ ਸਾਹਿਬ ਦੇ ਤਾਬਿਆਂ ਤੇ ਦਾਨ, ਸਟੇਜਾਂ ਤੇ ਦਾਨ, ਹਰ ਜਗ੍ਹਾ ਹਰ ਟਵੀਟ ਹੀ ਦਾਨ। ਇੱਕ ਹੋਰ ਨਵਾਂ ਲੈ ਲਓ, ਹੁਣੇ ਤੁਹਾਨੂੰ ਵੀ ਛੋਟੀ ਜਿਹੀ ਵੀਡੀਓ ਦੇ ਦਾਂਗਾ, NDTV ਦੇ ਉੱਤੇ ਵੀ ਆਪਣੇ 4 ਉਹ 5 ਬੈਂਕ ਅਕਾਊਂਟਾਂ ਦੇ ਨੰਬਰ ਦੇ ਕੇ ਉਹਦੇ ਤੇ ਵੀ ਦਾਨ। ਕਮਾਲ ਹੋ ਗਿਆ ਬਈ, ਤੁਸੀਂ ਕਰ ਕੀ ਰਹੇ ਹੋ ਯਾਰ? ਸਿੱਖ ਕੌਮ ਨੂੰ ਕਿਹੜੇ ਪਾਸੇ ਲਿਜਾ ਕੇ ਖੜਾ ਕਰਤਾ ਜੀ? ਉਹ ਫਿਰ ਕੋਵਿਡ ਸੈਂਟਰ ਉਹ ਵਜ੍ਹਾ ਬਣਾ ਕੇ ਕੋਈ ਜਿੱਥੇ ਕੋਈ ਫੈਸਿਲਿਟੀ ਨਹੀਂ ਹੈ। ਮੈਂ ਨਹੀਂ ਕਹਿ ਰਿਹਾ, ਅੱਜ ਵੀਡੀਓ ਵਾਇਰਲ ਹੋਈਆਂ ਨੇ ਉੱਥੇ ਦੇ ਪੇਸ਼ੈਂਟ ਦੀਆਂ, 400 ਬੈੱਡ ਦਾ ਕੋਵਿਡ ਸੈਂਟਰ ਤੁਸੀਂ ਬਣਾਇਆ ਹੋਵੇ ਤੇ ਅੱਜ 40 ਬੰਦੇ ਉੱਥੇ ਗਿਣਤੀ ਦੇ ਹੋਣ, 360 ਬੈੱਡ ਖਾਲੀ ਹੋਣ, ਜਾ ਕੇ ਚੈੱਕ ਕਰ ਲਓ। ਮੈਂ ਨਹੀਂ ਕਹਿ ਰਿਹਾ, ਜਾ ਕੇ ਆਪਣੀ ਅੱਖਾਂ ਨਾਲ ਦੇਖ ਲਓ, ਫਿਜ਼ੀਕਲੀ ਜਾ ਕੇ ਚੈੱਕ ਕਰ ਲਓ। ਔਰ 40 ਦੇ ਵਿੱਚ ਵੀ ਉਹ ਕੁਰਲਾ ਰਹੇ ਹੋਣ ਕਿ ਬਈ ਇੱਥੇ ਕੋਈ ਫੈਸਿਲਿਟੀ ਨਹੀਂ ਹੈ, ਮੇਰੀ ਸ਼ੂਗਰ ਟੈਸਟ ਕਰਨ ਦੀ ਹੈ, ਇੱਥੇ ਸ਼ੂਗਰ ਨਹੀਂ ਟੈਸਟ ਕਰਨ ਦੀ, ਇਹਨਾਂ ਕੋਲ ਮਸ਼ੀਨ ਹੈਗੀ, ਇਹਨਾਂ ਕੋਲ ਕੋਈ ਦਵਾਈ ਨਹੀਂ ਹੈ, ਇਹਨਾਂ ਕੋਲ ਕੁਝ ਨਹੀਂ ਹੈ, ਇਹਨਾਂ ਕੋਲ ਬਾਹਰ ਬਾਥਰੂਮ ਦਾ ਇੰਤਜ਼ਾਮ ਨਹੀਂ ਹੈ, ਇਹਨਾਂ ਕੋਲ ਕਿਸੇ ਚੀਜ਼ ਦਾ ਇੰਤਜ਼ਾਮ ਨਹੀਂ ਹੈ। ਉੱਥੇ ਦੇ ਪੇਸ਼ੈਂਟ ਕਹਿ ਰਹੇ ਨੇ, ਉਹ ਵੀਡੀਓਜ਼ ਪੇਸ਼ੈਂਟ ਦੀਆਂ ਨੇ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੁਸੀਂ ਚੈੱਕ ਕਰ ਲੈਣਾ। ਉੱਥੇ ਹੀ ਗੱਲ ਨਹੀਂ ਹੈ। ਇਹਨਾਂ ਦਾ ਜਨਰਲ ਸੈਕਟਰੀ ਨੇ ਇਸ ਕੋਵਿਡ ਸੈਂਟਰ ਦੀ ਸ਼ੁਰੂਆਤ ਹੋਣ ਤੋਂ ਪਹਿਲੇ ਕਿਹਾ ਕਿ ਇੱਥੇ ਉਹ ਲੋਕ ਆਉਣ ਜਿਨ੍ਹਾਂ ਦਾ ਆਕਸੀਜਨ ਲੈਵਲ 90 ਤੱਕ ਹੋਵੇ, ਜਿਨ੍ਹਾਂ ਦਾ 85, 86, 80 ਆਕਸੀਜਨ ਲੈਵਲ ਉੱਥੇ ਨਾ ਆਵੇ। ਮਤਲਬ ਜਿਹਦਾ 90 ਆਕਸੀਜਨ ਲੈਵਲ ਉੱਥੇ ਵੈਸੇ ਠੀਕ ਹੈਗਾ, ਉਹਨੂੰ ਆਉਣ ਦੀ ਕੀ ਲੋੜ ਹੈ ਜੀ? ਫਿਰ ਤੁਹਾਡੇ ਕੋਲ ਇੱਥੇ ਕੋਈ ਫੈਸਿਲਿਟੀ ਨਹੀਂ ਹੈ, ਕੋਈ ਕੁਝ ਨਹੀਂ ਹੈ, ਤੇ ਤੁਸੀਂ ਇਹ ਕੋਵਿਡ ਸੈਂਟਰ ਬਣਾ ਕੇ ਮਤਲਬ ਸੇਵਾ ਕਰਨਾ ਚਾਹ ਰਹੇ ਹੋ, ਜਾਂ ਧਨ ਇਕੱਠਾ ਕਰਨਾ ਚਾਹ ਰਹੇ ਹੋ, ਜਾਂ ਸਿਰਫ ਆਪਣੀ ਮਤਲਬ ਪਬਲਿਸਿਟੀ ਕਰਨਾ ਚਾਹ ਰਹੇ ਹੋ? ਜੇ ਸੇਵਾ ਦਾ ਕੰਮ ਹੁੰਦਾ ਤੇ ਸੇਵਾ ਕਿਸੇ ਵੀ ਗੁਰੂ ਘਰ ਦੇ, ਕਿਸੇ ਵੀ ਵਿਦਿਅਕ ਅਦਾਰੇ ਦੇ ਵੀ ਕਿਤੇ ਹੋਰ ਵੀ ਕੀਤੀ ਜਾ ਸਕਦੀ ਸੀ। ਅੱਜ ਜਾ ਕੇ ਹਾਲਾਤ ਦੇਖ ਲਓ, ਦੋਨੋਂ ਖਾਲੀ ਮੈਦਾਨ ਦੇ ਖਿਲਾੜੀ ਅੱਜ ਲੱਖੀ ਸ਼ਾਹ ਵੰਜਾਰਾ ਵਾਲੀ ਤੁਹਾਨੂੰ ਨਜ਼ਰ ਨਹੀਂ ਆਣਗੇ। ਜਦੋਂ ਅਮਿਤਾਭ ਬੱਚਨ ਦੇ ਕਸੀਦੇ ਪੜ੍ਹਨੇ ਸੀ, ਉਹਦੇ ਸੋਲੇ ਪੜ੍ਹਨੇ ਸੀ, ਤੇ ਪ੍ਰੈਸ ਕਾਨਫਰੰਸ ਹਾਲ ਗੁਰਦੁਆਰਾ ਕਮੇਟੀ ਦਾ ਛੱਡ ਕੇ ਲੱਖੀ ਸ਼ਾਹ ਵੰਜਾਰਾ ਹਾਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤਾਂ ਕਿ ਪਿੱਛੇ ਬੈੱਡ ਨਜ਼ਰ ਆ ਜਾਣ। ਇਹਨਾਂ ਦੀ ਸੋਚ ਰਾਜਨੀਤਿਕ ਸੋਚ ਬਣ ਚੁੱਕੀ ਹੈ। ਮੈਂ ਸਮਝਦਾ ਕਿ ਅੱਜ ਇਹਨਾਂ ਨੂੰ ਕੌਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਔਰ ਇੱਥੇ ਹੀ ਬਸ ਨਹੀਂ ਹੈ, ਦਾਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਪੱਤਰ ਵੀ ਲਿਖਿਆ, ਦੋਨੋਂ ਨੂੰ ਕੌਮ ਤੋਂ ਛੇਕਣ ਲਈ ਵੀ ਔਰ ਉਹਨਾਂ ਨੂੰ ਬਣਦੀ ਸਜ਼ਾ ਦੇਣ ਵੀ ਲਈ। ਉਹਦੇ ਵਿੱਚ ਵੀ ਅੱਜ ਦੇਖ ਲਓ, ਮਨਜਿੰਦਰ ਸਿੰਘ ਸਿਰਸਾ ਦਾ ਤੁਸੀਂ ਬਾਈਟ ਅਗਰ ਸੁਣ ਲਓ, ਉਹ ਕਹਿ ਰਿਹਾ ਜੀ ਮੈਂ ਬੰਗਲਾ ਸਾਹਿਬ ਪੇਸ਼ ਹੋ ਜਾਵਾਂਗਾ, ਸੰਗਤ ਉੱਥੇ ਮੈਨੂੰ ਜੋ ਜਿਸ ਤਰ੍ਹਾਂ ਦਾ ਆਦੇਸ਼ ਕਰੇਗੀ ਮੈਂ ਉਸ ਤਰ੍ਹਾਂ ਦਾ ਕਰਾਂਗਾ। ਮਤਲਬ ਤੁਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਥਾਨ ਨੂੰ ਕੋਈ 6ਵਾਂ ਤਖਤ ਬਣਾਉਣਾ ਜਾ ਰਹੇ ਹੋ, ਜਦ ਸਿੱਖ ਕੌਮ ਨੂੰ ਅੱਜ ਇਹ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਆਦੇਸ਼ ਹੈ ਕਿ ਸਿੱਖ ਕੌਮ ਦੇ ਜਿਹੜੇ ਸਾਰੇ ਫੈਸਲੇ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਹਨ। ਇਹ ਮਨਜਿੰਦਰ ਸਿੰਘ ਸਿਰਸਾ ਨੇ ਇਹ ਗੱਲ ਕਹੀ ਹੈ। ਮਨਜਿੰਦਰ ਸਿੰਘ ਸਿਰਸਾ ਦਾ ਅੱਜ ਦੀ ਬਾਈਟ ਹੈ ਜੀ, ਵੀਡੀਓ ਤੁਸੀਂ ਸੁਣ ਲਓ, ਚੈੱਕ ਕਰ ਲਓ, ਉਹਨੇ ਆਪਣੇ ਘਰ ਦੇ ਅੰਦਰੋਂ ਦਿੱਤੀ ਹੈ ਕਿ ਮੈਂ ਬੰਗਲਾ ਸਾਹਿਬ ਪੇਸ਼ ਹੋ ਜਾਵਾਂਗਾ। ਮਤਲਬ ਸਾਰੀ ਸਿੱਖ ਕੌਮ ਨੂੰ ਜਦੋਂ ਕੋਈ ਆਵਾਜ਼ਾਂ ਕਿਸੇ ਕੋਲੋਂ ਕੋਈ ਗੁਨਾਹ ਹੋ ਜਾਏ ਜਾਂ ਕਿਸੇ ਤਰ੍ਹਾਂ ਦਾ ਹੋਰ ਕੋਈ ਫੈਸਲਾ ਲੈਣਾ ਹੋਵੇ ਤੇ ਉਹ ਸਾਰੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੇਖਦੀ ਹੈ। ਤੇ ਇਹ ਆਪਣਾ ਕੀ 6ਵਾਂ ਤਖਤ ਬਣਾ ਕੇ ਸਾਬਤ ਕਰਨਾ ਚਾਹੁੰਦਾ ਕਿ ਬਈ ਮੇਰੇ ਹੀ ਰੱਖੇ ਹੋਏ ਗ੍ਰੰਥੀ, ਮੇਰੇ ਵਾਸਤੇ ਹੀ ਰੋਜ਼ ਦਾਨ ਮੰਗਣ ਵਾਲੇ ਗ੍ਰੰਥੀ, ਮੈਂ ਉਹਨਾਂ ਕੋਲ ਹੀ ਆਪਣਾ ਫੈਸਲਾ ਲੈ ਲਵਾਂ ਜਿਵੇਂ ਕਿ ਇੱਕ ਵਾਰ ਪਹਿਲਾਂ ਲਿੱਤਾ ਸੀ। ਅੱਜ ਜ਼ਰੂਰਤ ਹੈ ਸਿੱਖ ਕੌਮ ਨੂੰ ਇਸ ਗੱਲ ਤੋਂ ਸਮਝਣ ਦੀ ਕਿ ਅਸੀਂ ਜ਼ਮੀਨ ਤੇ ਰਹਿ ਕੇ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹ ਦੇ ਉੱਤੇ, ਉਹਦੇ ਉੱਤੇ, ਉਹਨਾਂ ਅਸੂਲਾਂ ਦੇ ਉੱਤੇ ਪਹਿਰਾ ਦੇ ਰਹੇ ਹਾਂ ਕਿ ਅਸੀਂ ਸਿਰਫ ਆਪਣੀ ਪਬਲਿਸਿਟੀ ਲਈ ਇਸ ਮਤਲਬ ਸਟੇਜਾਂ ਨੂੰ ਗੁਰੂ ਘਰ ਦੇ ਲਈ ਰੋਲ ਲੈਣ ਦੀ ਮਤਲਬ ਗੱਲ ਕਰ ਰਹੇ ਹਾਂ। ਇੱਕ ਚ ਆਪ ਜੀ ਨੇ ਹੁਣ ਇੱਕ ਜ਼ਿਕਰ ਕੀਤਾ ਸੀਗਾ ਕਿ 400 ਬੈੱਡ ਜਿਹੜਾ ਉੱਥੇ ਬਣਾਉਣ ਦੀ ਬਜਾਏ ਜਿਹੜੇ ਹੋਰ ਦਿੱਲੀ ਦੇ ਸਕੂਲ ਤੇ ਹੋਰ ਜਿਹੜੇ ਅਦਾਰੇ ਨੇ, ਮਤਲਬ ਆਪ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ 400 ਬੈੱਡ ਦਾ ਉਹ ਇੱਕ ਨਾ ਬਣਾ ਕੇ 40-40 50-50 ਬੈੱਡ ਦੇ 8-10 ਵੱਖਰੇ ਵੱਖਰੇ ਜ਼ੋਨ ਵਿੱਚ ਬਣਾ ਕੇ ਉਹ ਜ਼ਿਆਦਾ ਬੈਟਰ ਰਹਿੰਦਾ। ਬਿਲਕੁਲ ਪਲੈਨਿੰਗਸ ਦੇ ਨਾਲ ਕੰਮ ਹੋਣਾ ਚਾਹੀਦਾ ਸੀ। ਤੁਸੀਂ ਹਰ ਇਨਸਾਨ ਨੂੰ ਇੱਕੋ ਜਗ੍ਹਾ ਦੇ ਉੱਤੇ ਬੁਲਾ ਕੇ ਨਾ ਤੁਸੀਂ ਉਹ ਫੈਸਿਲਿਟੀਆਂ ਪ੍ਰੋਵਾਈਡ ਕਰਾ ਪਾਓਗੇ, ਨਾ ਵਾਸ਼ਰੂਮਸ ਦੀਆਂ, ਨਾ ਡਾਕਟਰਸ ਦੀਆਂ, ਨਾ ਬਾਕੀ ਹੋਰ ਕਿਸੇ ਤਰ੍ਹਾਂ ਦੀਆਂ। ਦਿੱਲੀ ਗੁਰਦੁਆਰਾ ਕਮੇਟੀ ਕੋਲ ਇੰਨੇ ਅਦਾਰੇ ਦਿੱਲੀ ਦੇ ਸਾਰੇ ਕੋਨਿਆਂ ਵਿੱਚ ਹੈਗੇ ਨੇ, ਮਤਲਬ ਸਾਰੇ ਕੋਨੇ ਵਿੱਚ ਅਗਰ ਠੀਕ ਢੰਗ ਨਾਲ ਉੱਥੇ ਹੀ ਮੈਨੇਜ ਕਰਤੇ ਜਾਣ, ਜਿਹਨੂੰ 5 ਮਿੰਟ ਦੀ ਦੂਰੀ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਉਹ ਸਾਰੀ ਫੈਸਿਲਿਟੀਆਂ ਮਿਲ ਜਾਣ ਤੇ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਸੀ। ਲੇਕਿਨ ਸਿਰਫ ਇੱਕ ਮਨਸ਼ਾ ਸੀ ਕਿ ਦਾਨ ਕਿਵੇਂ ਇਕੱਠਾ ਹੋਏਗਾ, ਡੋਨੇਸ਼ਨ ਕਿਵੇਂ ਆਏਗਾ, ਉਹ ਕਿਸ ਘਰ ਦੇ ਨਾਂ ਤੋਂ ਮੰਗਿਆ ਜਾ ਸਕਦਾ। ਸਕੂਲਾਂ ਦੇ ਉੱਤੇ ਕੋਵਿਡ ਸੈਂਟਰ ਬਣਦਾ, ਉਹ ਕਿਸੇ ਗਿਣਤੀ 'ਚ ਨਹੀਂ ਆਉਣਾ ਸੀ, ਉਹ ਤੇ ਹੋਰ ਲੋਕਾਂ ਨੇ ਵੀ ਬਣਾਏ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਬਣਾ ਕੇ ਉਹਨਾਂ ਦੇ ਨਾਮ ਨੂੰ ਇਹਨੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਸਥਾਨ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੋਰ ਕੋਈ ਮਨਸ਼ਾ ਨਹੀਂ ਹੈ। ਮਤਲਬ ਕਿਧਰੇ ਨਾ ਕਿਧਰੇ ਕਿ ਸੇਵਾ ਦੇ ਵਿੱਚ ਵੀ ਰਾਜਨੀਤੀ ਆੜੇ ਆ ਰਹੀ ਹੈ। ਮੈਂ ਤੁਹਾਨੂੰ ਪਹਿਲੇ ਕਿਹਾ ਜੀ ਕਿ ਜਦੋਂ ਰਾਜਨੀਤੀ ਧਰਮ ਦੇ ਵਿੱਚ ਵੜੇਗੀ ਤੇ ਧਰਮ ਦਾ ਨਾਸ ਕਰੇਗੀ। ਧਰਮ ਜਦੋਂ ਰਾਜਨੀਤੀ ਵਿੱਚ ਜਾਂਦਾ ਹੈ ਤੇ ਰਾਜਨੀਤੀ ਦਾ ਸਤਰ ਸਾਫ਼ ਸੁਥਰਾ ਕਰਦਾ, ਉੱਚਾ ਕਰਦਾ। ਅੱਜ ਇਹਨਾਂ ਨੇ ਰਾਜਨੀਤੀ ਨੂੰ ਧਰਮ ਦੇ ਵਿੱਚ ਲਿਆ ਕੇ ਧਰਮ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਹੈ।
ਧਰਮ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਹੈ, ਧਰਮ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਕੌਮ ਇਹਨਾਂ ਚੀਜ਼ਾਂ ਤੋਂ ਅੱਜ ਸੁਚੇਤ ਰਹਿਣ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀ ਬਣਦੀ ਸਜ਼ਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਜ ਇਸ ਗੱਲ ਦੀ ਸਾਰਿਆਂ ਨੂੰ ਅਪੀਲ ਹੈ। ਠੀਕ ਹੈ, ਧੰਨਵਾਦ ਵੀਰ ਜੀ। ਸੋ ਇਹ ਸਨ ਗੁਰਮੀਤ ਸਿੰਘ ਸ਼ੰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ, ਜਿਨ੍ਹਾਂ ਦੇ ਵਿਚਾਰ ਆਪ ਜੀ ਨੇ ਸੁਣੇ, ਜੋ ਦੱਸ ਰਹੇ ਸਨ ਜੋ ਇਸ ਮਹਾਂਮਾਰੀ ਵਿੱਚ ਸਿੱਖ ਕੌਮ, ਠੀਕ ਹੈ ਵੀਰ ਜੀ ਨੇ ਆਪਣੀ ਜਿਹੜੀ ਗੱਲ ਕਹੀ ਹੈ ਕਿ ਸਿੱਖ ਕੌਮ ਨੇ ਪਹਿਲੀ ਵਾਰੀ ਨਹੀਂ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇਸ ਮਹਾਂਮਾਰੀ ਦੇ ਦੌਰਾਨ ਜਿਨ੍ਹਾਂ ਨੂੰ ਸਿੱਖ ਕੌਮ ਬਾਰੇ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ। ਲੇਕਿਨ ਜੋ ਕੁਛ ਗਿਰਦੇ ਮਿਆਰ ਵਾਲੀ ਜਿਹੜੀ ਗੱਲਾਂ ਹੋਈਆਂ ਨੇ, ਜਿਹੜੀਆਂ ਮੰਦਭਾਗੀਆਂ ਹੋਈਆਂ ਨੇ, ਉਹ ਵੀ ਚੰਗੀਆਂ ਨਹੀਂ ਨੇ। ਕਮੇਟੀਆਂ ਨੂੰ ਸੋਚਣਾ ਚਾਹੀਦਾ ਹੈ, ਮੈਂਬਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ 'ਤੇ ਥੋੜ੍ਹਾ ਜਿਹਾ ਕਦਮ ਚੁੱਕਣ ਤੋਂ ਪਹਿਲੇ, ਠੀਕ ਹੈ ਭਾਵੇਂ ਆਪੋਜੀਸ਼ਨ ਹੀ ਹੈ, ਲੇਕਿਨ ਉਹਨਾਂ ਨਾਲ ਇੱਕ ਸਲਾਹ ਮਸ਼ਵਰਾ ਕਰ ਲੈਣ, ਕਿਉਂਕਿ ਇਸ ਮੌਕੇ 'ਤੇ ਅਸੀਂ ਆਪੋਜੀਸ਼ਨ ਜਾਂ ਰੂਲਿੰਗ ਜਿਹੜੀ ਉਹਨੂੰ ਇੱਕ ਪਾਸੇ ਰੱਖ ਕੇ ਆਪਸ ਲਈ ਜਿਹੜੇ ਆਪਸੀ ਸਲਾਹ ਮਸ਼ਵਰੇ ਨਾਲ ਅਗਰ ਚੱਲੀਏ ਤੇ ਸ਼ਾਇਦ ਅਸੀਂ ਇੱਕ ਸੁਚੱਜੀ ਸੇਵਾ ਕਰ ਸਕਾਂਗੇ, ਅਗਰ ਅਸੀਂ ਰਾਜਨੀਤੀ ਨੂੰ ਇੱਕ ਤਰਫ ਸਾਈਡ ਤੇ ਰੱਖ ਕੇ ਅਗਰ ਕਰੀਏ। ਸੋ ਇੱਥੇ ਹੀ ਵਰਲਡ ਸਿੱਖ ਅਪਡੇਟਸ ਦੀ ਟੀਮ ਨੂੰ ਇਜਾਜ਼ਤ ਦਿਓ। ਬਹੁਤ ਜਲਦ ਆਪ ਜੀ ਦੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਾਂ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।